ठीक है, तो करिए शुरू। पहला अटेंडेंस बाद चो लेना, मैं 5-10 मिनट पहला थोड़ी जी इंट्रोडक्शन दे देना। तो सारे आनो स्क्रीन दिख रही है? नहीं ਹੁਣ देखो लोडिंग, हाँ जी आ गई जी। कंट्रोल रेक्टिफायर, कंट्रोल रेक्टिफायर टॉपिक पढ़ांगे ਆਪਾਂ 10 मिनट बाद। कंट्रोल रेक्टिफायर की हुंदा? रेक्टिफायर की हुंदा सर जो एसी नु डीसी च कन्वर्ट करदा है, राइट। ते कंट्रोल्ड वर्ड की है? जो अपने हाथ च होवे, जो ਆਪਾਂ ਨੂੰ ਮਤਲਬ ਕੰਟਰੋਲ ਕਰ ਸਕੀਏ ਕਿਸੇ ਵੀ ਵੇ ਚ। इनपुट ਜਿਹੜੀ ਆਪਾਂ ਆਊਟਪੁੱਟ ਕੰਟਰੋਲ, ਇਨਪੁੱਟ ਤੇ ਆਊਟਪੁੱਟ ਕੰਟਰੋਲ ਕਰ ਸਕੀਏ, ਕਿੰਨੀ ਇਨਪੁੱਟ ਦੇਣੀ ਕਿੰਨੀ ਆਊਟਪੁੱਟ ਆਉਣੀ ਚਾਹੀਦੀ ਹੈ, ਸਭ ਕੁਝ। ਜਿਹੜੇ ਆਪਾਂ ਪਹਿਲਾ ਰੈਕਟੀਫਾਇਰ ਦੀ ਗੱਲ ਕੀਤੀ ਹੋਈ ਹੈ ਇਨ ਦਾ ਸਬਜੈਕਟ ਆਫ ਬੇਸਿਕ ਇਲੈਕਟ੍ਰੋਨਿਕਸ, ਉਹਦੇ ਚ ਆਪਾਂ ਕਿਹੜੇ ਕੰਪੋਨੈਂਟ ਯੂਜ਼ ਕੀਤੇ ਸੀ? ਤੇ ਟਰਾਂਸਫਾਰਮਰ ਤੇ डायोड्स राइट, ਜ਼ੀਨਰ ਡਾਇਓਡ, ਕੈਪੈਸਿਟਰ कैपेसिटर फॉर द फिल्टर ते रेगुलेटर यूज करते सी ना। मतलब मेन जेड़ा रेक्टिफायर सर्किट सी वो डायोड दा सी, है ना। ਯੈਸ वो ਸਰ। जेड़ा डायोड दा सर्किट सी ਉਹਦੇ ਵਿੱਚ ਇੱਕ ਫਿਕਸਡ ਡੀਸੀ ਆਊਟਪੁੱਟ ਮਿਲਦੀ ਸੀ ਸਾਨੂੰ। ਫਿਕਸਡ ਮਤਲਬ ਕਿ ਮੈਂ ਪਿੱਛੋਂ ਦੀ ਸਪਲਾਈ 230 ਵੋਲਟ ਦਿੱਤੀ ਏਸੀ, ਟਰਾਂਸਫਾਰਮਰ ਨੇ ਉਹਨੂੰ ਕਨਵਰਟ ਕਰਤਾ 5 ਚ 9 ਚ 12 ਚ 15 ਚ ਜਿੱਦਾਂ ਸਾਨੂੰ ਚਾਹੀਦਾ, ਠੀਕ ਹੈ। ਉਸ ਤੋਂ ਬਾਅਦ ਕੁਝ ਡਾਇਓਡ ਸਰਕਿਟ ਲੱਗੇ ਹੁੰਦੇ ਸੀ। ਹੁਣ ਡਾਇਓਡ ਸਰਕਿਟ ਹਾਫ ਵੇਵ ਵੀ ਹੋ ਸਕਦਾ ਹੈ, ਸੈਂਟਰ ਟੈਪ ਵੀ ਹੋ ਸਕਦਾ ਸੀ, ਫੁੱਲ ਵੇਵ ਬ੍ਰਿਜ ਵੀ ਹੋ ਸਕਦਾ ਸੀ, ਅਕੋਰਡਿੰਗ ਟੂ ਦੈਟ 1 2 ਜਾਂ 4 ਡਾਇਓਡ ਲੱਗੇ ਹੁੰਦੇ। ਤੇ ਜਿਹੜੀ ਉੱਥੋਂ ਆਊਟਪੁੱਟ ਮਿਲਦੀ ਸੀ ਸਾਨੂੰ, ਉਹ ਸਾਨੂੰ ਮਿਲਦੀ ਸੀ ਫਿਕਸਡ ਡੀਸੀ, ਇੱਕੋ ਡੀਸੀ ਮਿਲਦੀ ਸੀ, ਠੀਕ ਹੈ। ਉਹ ਡਿਪੈਂਡ ਕਰਦਾ ਸੀ ਸਾਡੇ ਟਰਾਂਸਫਾਰਮਰ ਦੀ ਰੇਟਿੰਗ ਕੀ ਹੈ, ਰਾਈਟ। ਐਂਡ ਦੈਟ ਇਜ਼ ਕਾਲਡ ਦਾ ਅਨਕੰਟਰੋਲਡ ਰੈਕਟੀਫਾਇਰ। ਮਤਲਬ ਉਹ ਕੰਟਰੋਲੇਬਲ ਨਹੀਂ ਹੈ, ਇੱਕ ਫਿਕਸਡ ਮਿਲ ਗਈ ਉਹਨੂੰ ਹੀ ਸਾਨੂੰ ਉਹਨੂੰ ਹੀ ਲੈ ਕੇ ਉਹਦੇ ਤੇ ਆਊਟਪੁੱਟ ਲੈਣੀ ਪੈਂਦੀ ਸੀ, ਠੀਕ ਹੈ। ਮਤਲਬ ਉਹਨੂੰ ਹੀ ਅੱਗੋਂ ਯੂਜ਼ ਕਰਨਾ ਪੈਂਦਾ ਸੀ। ਸੋ ਦੈਟ ਵਾਜ਼ ਅਨਕੰਟਰੋਲਡ ਰੈਕਟੀਫਾਇਰ। ਆਪਾਂ ਡਾਇਓਡਸ ਦੀ ਜਗ੍ਹਾ ਚੇਂਜ ਕਰਤਾ SCR, ਠੀਕ ਹੈ। ਹੁਣ SCR ਵੀ ਇੱਕ ਸਵਿਚਿੰਗ ਦੀ ਤਰ੍ਹਾਂ ਕੰਮ ਕਰਦਾ, ਬਟ ਇਹ ਕਰਦਾ ਹਾਈ ਪਾਵਰ ਦੇ ਉੱਪਰ। ਤੇ SCR ਦਾ ਇੱਕ ਹੋਰ ਫੰਕਸ਼ਨ ਹੈਗਾ ਕਿ ਇਹਨੂੰ ਆਪਾਂ ਆਪਣੇ ਹਿਸਾਬ ਨਾਲ ਫਾਇਰਿੰਗ ਐਂਗਲ ਇਹਦਾ ਲਾ ਸਕਦੇ। ਫਾਇਰਿੰਗ ਐਂਗਲ ਮਤਲਬ ਜਦੋਂ ਮਰਜ਼ੀ ਟਰਨ ਔਨ ਕਰਵਾ ਸਕਦੇ ਆ, ਜਦੋਂ ਮਰਜ਼ੀ ਟਰਨ ਆਫ ਕਰਵਾ ਸਕਦੇ ਵਿਦ ਇਨ ਦਾ ਪੋਜ਼ਿਟਿਵ ਔਰ ਨੈਗੇਟਿਵ ਸਾਈਕਲ। ਇਹਦੀ ਇੱਕ ਫੈਸਿਲਿਟੀ ਹੁੰਦੀ, ਲਾਸਟ ਐਪਲੀਕੇਸ਼ਨਸ ਚ ਵੀ ਆਪਾਂ ਪੜਿਆ। तो ਉਹ ਜਿਹੜੀ ਇਹਦੀ ਪ੍ਰੋਪਰਟੀ ਹੈ, ਜਿਹੜੀ ਆਪਾਂ ਆਪਣੇ ਹਿਸਾਬ ਨਾਲ ਇਹਨੂੰ ਟਰਨ ਔਨ ਕਰਾ ਸਕਦੇ ਆ ਜਾਂ ਟਰਨ ਆਫ ਕਰਾ ਸਕਦੇ ਆ, that makes it a controlled rectifier. It will act like a rectifier, but ਇਹਦੇ ਚ ਜਿਹੜੀ ਆਊਟਪੁੱਟ ਮਿਲੇਗੀ ਸਾਨੂੰ SCR ਤੋਂ, ਉਹ ਮਿਲੇਗੀ ਵੇਰੀਏਬਲ DC, not fixed DC। ਵੇਰੀਏਬਲ DC ਨੂੰ ਆਪਾਂ ਕੰਟਰੋਲ ਕਰ ਸਕਦੇ ਆ ਆਪਣੇ ਐਂਡ ਤੇ, and that is why we will discuss about controlled rectifier, ਠੀਕ ਹੈ। ਜਿਹੜਾ word ਹੈ ਨਾ controlled rectifier, that is related with the SCRs। SCR ਦੇ ਨਾਲ ਸਿਰਫ ਬਾਕੀ ਸਾਰਾ ਸਰਕਟ ਡਾਇਗਰਾਮ ਸੇਮ ਹੋਏਗਾ। ਡਾਇਓਡਸ ਦੀ ਜਗ੍ਹਾ ਆਪਾਂ SCR ਲਗਾ ਦੇਣੇ, ਉਹਨੂੰ ਟਰਨ ਔਨ ਕਰਨ ਲਈ ਆਪਾਂ ਵੱਖਰੇ ਵੱਖਰੇ ਟ੍ਰਿਗਰਿੰਗ ਡਿਵਾਈਸ ਲੈਣੇ ਆ, ਜਿਹਨੂੰ ਟਰਨ ਔਨ ਕਰਾਂਗੇ ਤਾਂ ਆਊਟਪੁੱਟ ਮਿਲੇਗੀ ਸਾਨੂੰ, ਠੀਕ ਹੈ। ਸੋ ਵੇਰੀਏਬਲ DC ਆਪਾਂ ਲੈ ਸਕਦੇ ਹਾਂ ਈਜ਼ੀਲੀ। ਸੋ ਦੈਟ ਇਜ਼ ਕਾਲਡ ਦਾ ਕੰਟਰੋਲ ਰੈਕਟੀਫਾਇਰ। ਇਹਦੀ ਬਾਰੇ ਡੈਫੀਨੇਸ਼ਨ ਆਪਾਂ ਪੜ੍ਹਦੇ ਹਾਂ। We already knew that the rectifier circuits using diodes operate on AC supply voltage and convert this AC supply into fixed DC voltage। So diode ਦੇ ਨਾਲ ਜਿਹੜੇ ਆਪਾਂ rectifier already ਬਣਾਏ ਹੋਏ ਆ, ਉਹ ਸਾਨੂੰ convert ਕਰਦੇ AC supply ਨੂੰ fixed DC ਵਿੱਚ। Therefore diode rectifiers are known as uncontrolled rectifier। ਉਹਨਾਂ rectifier ਨੂੰ ਆਪਾਂ ਨਾਮ ਦਿੱਤਾ ਸੀ uncontrolled rectifier। If we use the SCRs in place of diodes, then the output DC voltage can be controlled by varying firing angle। Firing angle ਆਪਾਂ alpha ਨੂੰ ਕਹਿੰਦੇ ਆ। ਇਹਨੂੰ ਚੇਂਜ ਕਰਦੇ ਹੋਏ, firing angle ਚੇਂਜ ਕਰਾਂਗੇ ਤਾਂ voltage ਨੂੰ ਆਪਾਂ ਜਿਹੜੀ DC voltage ਆ ਉਹਨੂੰ ਆਪਾਂ ਕੰਟਰੋਲ ਕਰ ਸਕਦੇ ਆ ਜਾਂ ਵੇਰੀ ਕਰ ਸਕਦੇ ਆ, ਠੀਕ ਹੈ, SCR ਦੀ। So rectifier circuit using SCRs are known as controlled rectifier। ਕਦੀ ਵੀ ਕੁਐਸਚਨ ਆ ਜਾਏ what do you mean by controlled rectifier, ਤਾਂ ਆਪਾਂ ਜਸਟੀਫਿਕੇਸ਼ਨ ਦਵਾਂਗੇ ਕਿ ਡਾਇਓਡ ਦੇ ਵਿੱਚ ਜਿਹੜੇ ਆਪਾਂ ਰੈਕਟੀਫਾਇਰ ਬਣਾਉਂਦੇ ਸੀ ਉਹ ਅਨਕੰਟਰੋਲਡ ਸੀ ਬਿਕੋਜ਼ ਆਫ ਫਿਕਸਡ ਡੀਸੀ ਦਿੰਦੇ ਸੀ। ਇਹਦੇ ਵਿੱਚ ਆਪਾਂ ਉਹਨੂੰ ਕੰਟਰੋਲ ਕਰ ਸਕਦੇ ਬਾਈ ਯੂਜ਼ਿੰਗ ਫਾਇਰਿੰਗ ਐਂਗਲ। ਫਾਇਰਿੰਗ ਐਂਗਲ ਵਰਡ ਯਾਦ ਰੱਖਣਾ, ਇਹਦੀ ਹੈਲਪ ਨਾਲ ਆਪਾਂ ਉਹਨੂੰ ਕੰਟਰੋਲ ਕਰ ਸਕਦੇ ਹਾਂ। ਦੈਟ ਇਜ਼ ਵਾਈ ਇਟ ਇਜ਼ ਨੋਨ ਐਜ਼ ਕੰਟਰੋਲਡ ਰੈਕਟੀਫਾਇਰ। ਦਿਸ ਇਜ਼ ਦਾ ਡਾਇਗਰਾਮ ਆਫ ਕੰਟਰੋਲਡ ਰੈਕਟੀਫਾਇਰ। ਇਹ ਬਣਾ ਲਓ ਤੁਸੀਂ। ਇਹਦੇ ਚ ਕੀ ਹੈ, ਸਿੰਪਲ ਪਿੱਛੋਂ ਸਪਲਾਈ ਆ ਰਹੀ, ਸਿੰਗਲ ਫੇਸ ਸਪਲਾਈ, ਅੱਗੋਂ ਰੈਕਟੀਫਾਇਰ ਲੱਗਾ,
ਇੱਕ ਲੋਡ ਲੱਗਾ ਜਿੱਤੇ ਉਹਨੂੰ ਆਪਾਂ ਕ੍ਰਾਸ ਚੈੱਕ ਕਰਾਂਗੇ ਤੇ ਇੱਥੇ ਸਾਨੂੰ ਵੇਰੀਏਬਲ DC ਵੋਲਟੇਜ ਮਿਲੇਗੀ। So this is the block diagram of control rectifier. This circuit we will discuss after this topic. ਉਸ ਤੋਂ ਬਾਅਦ ਇਹਦਾ ਜੇ ਮੈਂ ਸਿੰਬਲ ਦੀ ਗੱਲ ਕਰਾਂ, this is the symbol of control rectifier. ਇਹਦੀ ਜਗ੍ਹਾ ਆਪਾਂ ਵੀ ਬਣਾ ਸਕਦੇ ਹਾਂ। ਇਹਦੇ ਵਿੱਚ ਦੇਖੋ ਹੁਣ ਉਹਨਾਂ ਨੇ ਕੀ ਕੀਤਾ, ਪਿੱਛੋਂ ਇਨਪੁਟ AC ਲਈ ਹੈ, ਆਊਟਪੁੱਟ DC ਲਈ ਹੈ ਤੇ ਵਿੱਚ ਇੱਕ SCR ਲਗਾਤਾ। this SCR will show the control rectifier. ਜੇ ਆਪਾਂ SCR ਨਹੀਂ ਲਾਵਾਂਗੇ ਜਾਂ ਇੱਥੇ ਕੱਲਾ ਡਾਇਓਡ ਲਾ ਦਾਂਗੇ, ਉਹ ਅਨਕੰਟਰੋਲਡ ਰੈਕਟੀਫਾਇਰ ਦੀ ਤਰ੍ਹਾਂ ਹੋਏਗਾ। तो ਜਦੋਂ ਕੰਟਰੋਲਡ ਰੈਕਟੀਫਾਇਰ ਸ਼ੋ ਕਰਨਾ, we have to show the SCR, ਠੀਕ ਹੈ, in between the block diagram. So this is control rectifier diagram, ਇਹਨੂੰ ਬਣਾ ਲੈਣਾ। ਉਸ ਤੋਂ ਬਾਅਦ ਆਪਾਂ ਇਹਦੇ ਬਾਰੇ ਹੋਰ ਥੋੜਾ ਜਿਹਾ ਪੜ੍ਹਦੇ ਹਾਂ। In this type of rectifiers, the thyristor can be SCR, it can be triac, it can be diac, any kind of thyristor use ਕਰਾਂਗੇ ਆਪਾਂ। They are turned off due to natural or line commutation. ਹੁਣ ਆਪਾਂ ਜਿਹੜੇ thyristor ਲਾਣੇ ਆ ਨਾ, ਉਹਨੂੰ ਪਿੱਛੋਂ AC ਸਪਲਾਈ ਦੇਣੀ ਹੈ। AC ਸਪਲਾਈ ਦਵਾਂਗੇ, that means ਉਹਨੂੰ positive ਵੀ ਮਿਲੇਗੀ, ਉਹਨੂੰ negative ਵੀ ਸਪਲਾਈ ਮਿਲੇਗੀ। ਜਦੋਂ positive ਮਿਲੇਗੀ ਉਹ turn on ਹੋ ਜਾਣਗੇ, ਜਦੋਂ negative ਮਿਲੇਗੀ ਉਹ automatically turn off ਹੋ ਜਾਣਗੇ, and that is called the natural or line commutation. So ਇਹ ਕਹਿ ਰਹੇ ਆ ਕਿ ਜਿਹੜੇ rectifier ਵਿੱਚ ਆਪਾਂ SCR use ਕਰਾਂਗੇ, that will be turned off due to natural or line commutation. ਇਹ blanks ਲਈ line ਆਉਂਦੀ ਹੈ ਕਿ rectifier ਵਿੱਚ ਜਿਹੜੀ commutation ਹੁੰਦੀ ਹੈ ਉਹ ਕਿਹੜੀ ਹੁੰਦੀ ਹੈ। So that is natural or line commutation. The AC mains voltage itself is used for commutating the thyristor. मतलब ਇਹਦੇ ਲਈ ਸਾਨੂੰ ਇਹਨੂੰ turn off ਕਰਨ ਲਈ ਕੋਈ external circuit ਦੀ ਲੋੜ ਨਹੀਂ ਪੈਂਦੀ ਹੈ, ਠੀਕ ਹੈ। AC mains ਦੇ ਨਾਲ ਹੀ turn off ਹੋ ਜਾਂਦੇ ਆ because of the negative supply. Therefore these converters are known as line commutated converter. ਆਪਾਂ ਇਹਨੂੰ line commutated converter ਵੀ ਕਹਿੰਦੇ ਆ। controlled rectifier ਦਾ ਅਲੱਗ ਨਾਮ ਹੈ LCC, ठीक है। आगे चलते हैं। These converters are simple, बहुत simple circuit है, वो पढ़ांगे ਆਪਾਂ सारे ਇਹਦੀਆਂ types, and less expensive. ਇਹਦੀ ਜਿਹੜੀ costing ਹੈ ਉਹ ਬਹੁਤ ਘੱਟ ਹੈ। ਕਿਉਂ ਘੱਟ ਹੈ? Because ਕੋਈ external commutation circuit ਦੀ ਲੋੜ ਨਹੀਂ ਪੈਂਦੀ ਹੈ, simple ਆਪਾਂ rectifier circuit ਬਣਾਉਂਦੇ ਆ ਤੇ output ਸਾਨੂੰ ਮਿਲ ਜਾਂਦੀ ਹੈ। The efficiency of rectification in general is above 95%. Normally ਸਾਡੇ ਜਿਹੜੇ half wave rectifier ਸੀਗੇ, ਜਿਹੜੇ ਆਪਾਂ diode ਦੀ help ਨਾਲ ਬਣਾਉਂਦੇ ਸੀ, ਉਹਦੀ efficiency ਸੀ 40.6%। full wave rectifier ਜਿਹੜੇ ਆਪਾਂ ਬਣਾਉਂਦੇ ਸੀ, ਉਹਨਾਂ ਦੀ efficiency ਸੀ 81.2%, ਠੀਕ ਹੈ। ਇਹ ਸੀਗੀ diode based rectifier ਦੀ। ਜਿਹੜੇ ਆਪਾਂ SCR based control rectifier ਪੜਾਂਗੇ ਐਸੇ, ਉਹਦੀ ਜਿਹੜੀ efficiency ਹੈ that is above 95%. So it is almost a very, एक सेकंड रुकना, 5 मिनट ਚੱਲ। ਇਹਦੇ ਚ 95% ਦੀ efficiency ਹੈ, ठीक है। रेक्टिफिकेशन एफिशिएंसी जो कि बहुत कम दी है, मतलब अगों आने वाले सर्किट मोस्टली SCR से बने होंगे। तुसी UPS खोलोगे ना, UPS ਦੇ ਵਿੱਚ पावर MOSFET ਲੱਗੇ ਹੁੰਦੇ ਜਿਹੜੇ एज अ रेक्टिफायर काम करते हैं। ये MOSFET ਜਿਹੜੇ ਹੈ पावर इलेक्ट्रॉनिक डिवाइस है, that is a thyristor family device। तो ਇਹਦੇ ਤੋਂ ਬਣੇ ਹੁੰਦੇ ਸਾਡੇ ਆ ਜਿੰਨੇ ਵੀ रेक्टिफायर। ਆਪਾਂ ਹਾਈ ਪਾਵਰ ਤੇ ਜਿੰਨੇ ਵੀ UPS ਹੈ ਜਿਹੜੇ ਵੱਡੇ ਵੱਡੇ ਇੰਡਸਟਰੀਜ਼ ਵਿੱਚ ਲੱਗੇ ਹੁੰਦੇ ਆ, ਉਹ ਸਾਰੇ ਦੇ ਸਾਰੇ ਪਾਵਰ ਇਲੈਕਟ੍ਰੋਨਿਕ ਡਿਵਾਈਸਸ ਨਾਲ ਬਣੇ ਹੋਣਗੇ। ਡਾਇਓਡ ਕਿਤੇ ਵੀ ਨਹੀਂ ਲੱਗਾ ਹੋਏਗਾ, ਠੀਕ ਹੈ, ਕਿਉਂਕਿ ਉਹਦੀ ਐਫੀਸ਼ੀਐਂਸੀ ਜ਼ਿਆਦਾ ਹੈ, ਪਲੱਸ ਉਹ ਕੰਟਰੋਲਡ ਰੈਕਟੀਫਾਇਰ ਆਪਣੇ ਹਿਸਾਬ ਨਾਲ ਆਪਾਂ ਬਾਹਰੋਂ ਜਿੰਨੀ ਮਰਜ਼ੀ ਆਊਟਪੁੱਟ ਲੈ ਸਕਦੇ ਹਾਂ, ਉਹਨਾਂ ਦੀ ਉਹ ਚੇਂਜ ਕਰਕੇ ਫਾਇਰਿੰਗ ਐਂਗਲ ਚੇਂਜ ਕਰਕੇ। Since they convert AC voltage into variable DC voltage, they are known as AC to DC converter. Normally AC to DC converter ਵੀ ਕਹਿੰਦੇ ਆ, and they are used in industrial application like DC motor speed control है। दी application जड़ी है that is speed control है DC motor दी, या आप SMPS विच भी use करते हैं या आप UPS विच भी use करते हैं। की करता है DC motor दी speed नू जदों control करता है, fractional horse power तो megawatt horse power level तक उन्नू change कर सकता है उसदी speed। So this is all about control rectifier। जे कदी आ गया introduction to control rectifier या definition आ गई सीधा, ते आप सारा कुछ लिख के आवांगे। ਅੱਗੇ ਇਹਦਾ ਕੰਪੈਰੀਜ਼ਨ ਵਿਦ ਦਾ ਅਨਕੰਟਰੋਲਡ ਰੈਕਟੀਫਾਇਰ। ਦੋਨਾਂ ਦਾ ਕੰਪੈਰੀਜ਼ਨ ਦਿੱਤਾ ਹੋਇਆ ਡਾਇਓਡ ਬੇਸਡ ਰੈਕਟੀਫਾਇਰ ਦਾ ਵੀ ਤੇ SCR ਬੇਸਡ ਰੈਕਟੀਫਾਇਰ ਦਾ। ਕੁਝ ਪੈਰਾਮੀਟਰਸ ਦਿੱਤੇ ਆ, ਮੈਂ ਇਹਦੇ ਬਾਰੇ ਡਿਸਕਸ ਕਰਦਾ। ਪਹਿਲਾਂ ਇਹਨੂੰ 5 ਨੰਬਰ ਦਾ ਕੁਐਸਚਨ ਅਗਰ ਆਏਗਾ ਤੇ ਇਹਨੂੰ ਇਦਾਂ ਹੀ ਲਿਖਣਾ। ਪਹਿਲਾ ਪੈਰਾਮੀਟਰ ਹੈ ਕਿ ਡਿਵਾਈਸ ਕਿਹੜੇ ਯੂਜ਼ ਹੁੰਦੇ ਆ ਦੋਨਾਂ ਵਿੱਚ। ਅਨਕੰਟਰੋਲਡ ਵਿੱਚ ਡਾਇਓਡ ਯੂਜ਼ ਹੁੰਦੇ ਆ, ਕੰਟਰੋਲਡ ਵਿੱਚ SCRs ਐਂਡ ਡਾਇਓਡਸ ਯੂਜ਼ ਹੁੰਦੇ। ਜਿਹੜੇ ਡਾਇਓਡ ਯੂਜ਼ ਕਰਾਂਗੇ ਆਪਾਂ, that is ਪਾਵਰ ਡਾਇਓਡ ਜਾਂ ਫ੍ਰੀ ਵੀਲਿੰਗ ਡਾਇਓਡ ਹੁੰਦਾ ਹੈ, ਅੱਗੇ ਪੜਾਂਗੇ। that is not a normal diode। ਉਹ ਸਿਰਫ ਇੱਕ ਆਪਾਂ ਕਹਿੰਦੇ ਆ ਇੱਕ ਸਪੋਰਟਿੰਗ ਡਿਵਾਈਸ ਹੈ, ਪਰ ਮੇਨ ਕੰਮ ਹੈ SCR ਦਾ। ਉਸ ਤੋਂ ਬਾਅਦ ਦੂਜਾ ਪੈਰਾਮੀਟਰ ਹੈ ਕਿ ਡਾਇਓਡਸ ਟਰਨ ਔਨ ਐਟ। ਡਾਇਓਡ ਦੀ ਜਗ੍ਹਾ ਇੱਥੇ ਆਣਾ ਹੈ
ਰੈਕਟੀਫਾਇਰ ਕੰਪੋਨੈਂਟ ਟਰਨ ਔਨ ਐਟ ਜਿਹੜੇ ਨਾਰਮਲ ਡਾਇਓਡ ਹੁੰਦੇ ਸੀਗੇ ਰੈਕਟੀਫਾਇਰ ਸਰਕਟ ਵਿੱਚ ਪੁਰਾਣੇ ਉਹ ਕਦੋਂ ਟਰਨ ਔਨ ਹੁੰਦੇ ਸੀਗੇ ਇੱਕ 0 ਫੇਸ ਤੇ ਇੱਕ 180 ਡਿਗਰੀ ਤੇ ਇੱਕ 360 ਡਿਗਰੀ ਤੇ ਜਦੋਂ ਜਦੋਂ 0 ਹੋਣੀ ਵੋਲਟੇਜ ਉਦੋਂ ਇਹਨੇ ਟਰਨ ਔਨ ਹੋਣਾ ਮਤਲਬ ਏਦਾਂ ਦੀ ਸਪਲਾਈ ਜਦੋਂ ਆਣੀ ਆ 0 ਹੈ this is 180 this is 360 ਸੋ ਇਹਨੇ ਟਰਨ ਔਨ ਕਦੋਂ ਹੋਣਾ ਜਦੋਂ ਇਹ 0 ਡਿਗਰੀ ਤੇ ਪਹੁੰਚਣਾ 180 ਤੇ ਪਹੁੰਚਣਾ ਜਾਂ 360 ਤੇ ਪਹੁੰਚਣਾ ਇਹਨਾਂ ਦੀ ਪਾਰਟਿਕੂਲਰ ਫੇਸ ਹੁੰਦਾ ਸੀ ਜਿੱਥੇ ਔਨ ਹੁੰਦੇ ਸੀ ਪਰ ਜਿਹੜਾ SCR ਹੈ ਉਹ ਕਦੋਂ ਟਰਨ ਔਨ ਹੋਏਗਾ that is on the firing angle firing angle ਕੀ ਹੁੰਦਾ ਇੱਥੇ ਬਣਾ ਕੇ ਦਿਖਾਣਾ ਤੁਹਾਨੂੰ ਮੈਂ ਆ ਸਾਡੇ ਕੋਲ ਇਨਪੁਟ AC ਸਪਲਾਈ ਜੇ ਇਦਾਂ ਦੀ ਆ ਰਹੀ ਹੈ ਤਾਂ ਆਪਾਂ ਇਹਨੂੰ ਇਦਾਂ ਟਰਨ ਔਨ ਕਰ ਸਕਦੇ ਹਾਂ and this part is called alpha firing angle ਹਾਫ ਦੇ ਵਿੱਚ ਵੀ ਔਨ ਕਰ ਸਕਦੇ ਆ ਇੱਥੇ ਵੀ ਕਰ ਸਕਦੇ ਮਤਲਬ ਆਪਾਂ ਕਿਸੇ ਵੀ ਪੁਆਇੰਟ ਦੇ ਉੱਤੇ ਇਹਨੂੰ ਟਰਨ ਔਨ ਕਰ ਸਕਦੇ ਵਿਦਿਨ ਦਾ 0 to 180 ਡਿਗਰੀ ਠੀਕ ਹੈ ਇਹਦੇ 180 ਤੋਂ 360 ਦੇ ਵਿੱਚ ਵੀ ਆਪਾਂ ਕਿਤੇ ਵੀ ਇਹਨੂੰ ਟਰਨ ਔਨ ਕਰ ਸਕਦੇ ਸੋ ਉਹਨੂੰ ਨਾਮ ਦਿੱਤਾ ਅਲਫਾ ਜਾਂ ਪਾਈ ਪਲੱਸ ਅਲਫਾ ਪਾਈ ਹੁੰਦਾ 180 ਡਿਗਰੀ 180 ਡਿਗਰੀ ਪਲੱਸ ਅਲਫਾ ਜਾਂ ਅਲਫਾ ਤੇ ਇਹਨੂੰ ਟਰਨ ਔਨ ਕੀਤਾ ਜਾ ਸਕਦਾ ਠੀਕ ਹੈ ਤੀਜਾ ਡਿਫਰੈਂਸ ਕੀ ਹੈ ਕੰਟਰੋਲ ਆਫ ਲੋਡ ਪਾਵਰ ਜਿਹੜੀ ਪਾਵਰ ਹੈ ਉਹਨੂੰ ਕੰਟਰੋਲ ਕੀਤਾ ਜਾ ਸਕਦਾ ਹੈ ਅਨਕੰਟਰੋਲਡ ਵਿੱਚ ਨਹੀਂ ਪੋਸੀਬਲ ਹੈ ਕੰਟਰੋਲਡ ਰੈਕਟੀਫਾਇਰ ਵਿੱਚ ਉਹਨੂੰ ਪੋਸੀਬਲ ਹੈ ਕਿ ਉਹਨੂੰ ਕੰਟਰੋਲ ਕੀਤਾ ਜਾ ਸਕਦਾ that is why it is known as controlled rectifier next ਹੈ ਕੰਟਰੋਲ ਸਰਕਟ ਔਰ ਟ੍ਰਿਗਰਿੰਗ ਸਰਕਟ ਇਹਨੂੰ ਔਨ ਕਰਨ ਲਈ SCR ਨੂੰ ਔਨ ਕਰਨ ਲਈ ਕੋਈ ਟ੍ਰਿਗਰਿੰਗ ਸਰਕਟ ਦੀ ਲੋਡ ਸਾਨੂੰ ਪੈਂਦੀ ਹੈ ਜਦ ਕਿ ਡਾਇਓਡ ਨੂੰ ਟਰਨ ਔਨ ਕਰਨ ਲਈ ਕੋਈ ਟ੍ਰਿਗਰਿੰਗ ਸਰਕਟ ਜਾਂ ਕੰਟਰੋਲ ਸਰਕਟ ਦੀ ਲੋਡ ਨਹੀਂ ਪੈਂਦੀ ਸੋ ਨਾਟ ਰਿਕੁਆਇਰਡ ਆਏਗਾ ਇੱਥੇ ਕੰਟਰੋਲ ਰੈਕਟੀਫਾਇਰ ਵਿੱਚ ਰਿਕੁਆਇਰਡ ਆਏਗਾ ਨੈਕਸਟ ਹੈ ਕੁਆਡਰੈਂਟ ਆਫ ਆਪਰੇਸ਼ਨ ਕਿਹੜੇ ਕੁਆਡਰੈਂਟ ਵਿੱਚ ਕੰਮ ਕਰਦਾ ਡਾਇਓਡ that is only in the first quadrant ਠੀਕ ਹੈ ਨਾਰਮਲੀ ਆਪਾਂ ਡਾਇਓਡ ਦੀ VI ਕੈਰੈਕਟਰਿਸਟਿਕਸ ਪੜ੍ਹੀ ਹੋਈ PN ਜੰਕਸ਼ਨ ਦੀ ਉਹ ਸਿਰਫ ਫਸਟ ਕੁਆਡਰੈਂਟ ਵਿੱਚ ਕੰਮ ਕਰਦਾ ਸੀ ਰਿਵਰਸ ਵਿੱਚ ਉਹ ਕੰਮ ਨਹੀਂ ਕਰਦਾ ਬਟ ਜਿਹੜਾ SCR ਹੈ that works on first or second quadrant ਇਹਨੂੰ ਆਪਾਂ ਅੱਗੇ ਟਾਈਪਸ ਪੜਾਂਗੇ ਤਾਂ ਉਹਦੇ ਵਿੱਚ ਦੇਖਾਂਗੇ ਕਿ ਆਪਾਂ ਦੋਨੋਂ ਕੁਆਡਰੈਂਟਸ ਕਿੱਦਾਂ ਕੰਮ ਕਰਦਾ so this is also a difference ਅੱਗੇ ਡਾਇਰੈਕਸ਼ਨ ਆਫ ਪਾਵਰ ਫਲੋ ਜਿਹੜਾ ਡਾਇਓਡ ਬੇਸਡ ਕੰਟਰੋਲ ਰੈਕਟੀਫਾਇਰ ਸੀ ਅਨਕੰਟਰੋਲਡ ਰੈਕਟੀਫਾਇਰ ਉਹਦੀ ਪਾਵਰ ਹਮੇਸ਼ਾ ਸੋਰਸ ਟੂ ਲੋਡ ਵੱਲ ਜਾਂਦੀ ਹੈ ਮਤਲਬ ਇੱਕੋ ਪਾਸੇ ਉਹਨੇ ਫਲੋ ਕਰਨਾ ਪਾਵਰ ਨੇ ਫਰੋਮ ਸੋਰਸ ਟੂ ਲੋਡ ਜਦ ਕਿ ਕੰਟਰੋਲ ਰੈਕਟੀਫਾਇਰ ਵਿੱਚ ਸਮ ਟਾਈਮਸ ਆਪਾਂ ਲੋਡ ਟੂ ਸੋਰਸ ਵੱਲ ਵੀ ਪਾਵਰ ਨੂੰ ਭੇਜ ਸਕਦੇ ਠੀਕ ਹੈ ਕਿੱਦਾਂ ਭੇਜਦੇ ਆ ਵੀ ਅੱਗੋਂ ਆਏਗਾ ਜਦੋਂ ਆਪਾਂ ਕੱਲਾ ਕੱਲਾ ਪੜਾਂਗੇ ਰੈਕਟੀਫਾਇਰ ਉਹਦੇ ਵਿੱਚ ਤੁਹਾਨੂੰ ਸ਼ੋ ਕਰਾਂਗਾ ਅੱਗੇ ਹੈ ਫ੍ਰੀ ਵੀਲਿੰਗ ਡਾਇਓਡ ਇਹਦੇ ਵਿੱਚ ਨਹੀਂ ਲੋਡ ਪੈਂਦੀ ਅਨਕੰਟਰੋਲਡ ਰੈਕਟੀਫਾਇਰ ਚ ਬਟ ਇਹਦੇ ਵਿੱਚ ਇੱਕ ਡਾਇਓਡ ਦੀ ਲੋਡ ਪੈਂਦੀ ਜਿਹਨੂੰ ਨਾਮ ਦਿੱਤਾ ਫ੍ਰੀ ਵੀਲਿੰਗ ਡਾਇਓਡ ਇਹਦੀ ਲੋਡ ਕਿਉਂ ਪਈ ਹੈ ਵੀ ਅੱਗੇ ਆਏਗਾ ਹਾਲੇ ਫਿਲਹਾਲ ਲਿਖਣਾ ਕਿ ਇਟ ਇਜ਼ ਰਿਕੁਆਇਰਡ ਅੱਗੇ ਕੰਫੀਗਰੇਸ਼ਨ ਹੁੰਦਾ ਇਹਦੀ ਕਲਾਸੀਫਿਕੇਸ਼ਨ ਸੋ ਕਲਾਸੀਫਿਕੇਸ਼ਨ ਕੀ ਹੈ ਅਨਕੰਟਰੋਲਡ ਰੈਕਟੀਫਾਇਰ ਨੂੰ ਆਪਾਂ ਕਿਹੜੀਆਂ ਕਲਾਸੀਫਿਕੇਸ਼ਨ ਚ ਵੰਡ ਸਕਦੇ ਆ ਇੱਕ ਹੁੰਦਾ ਹਾਫ ਵੇਵ ਰੈਕਟੀਫਾਇਰ ਜਿਸ ਚ ਇੱਕ ਡਾਇਓਡ ਯੂਜ਼ ਹੁੰਦਾ ਸੀ ਇੱਕ ਹੁੰਦਾ ਸਾਡਾ ਮਿਡ ਪੁਆਇੰਟ ਜਿਹਨੂੰ ਆਪਾਂ ਸੈਂਟਰ ਟੈਪ ਰੈਕਟੀਫਾਇਰ ਕਹਿੰਦੇ ਉਹ ਚ 2 ਡਾਇਓਡ ਯੂਜ਼ ਹੁੰਦੇ ਸੀ ਇੱਕ ਆਪਾਂ ਨੂੰ ਪਤਾ ਕਿ ਬ੍ਰਿਜ ਕੰਫੀਗਰੇਸ਼ਨ ਹੁੰਦੀ ਜਿਸ ਚ 4 ਡਾਇਓਡ ਯੂਜ਼ ਹੁੰਦੇ ਸੀ ਏਦਾਂ ਹੀ ਕੰਟਰੋਲ ਰੈਕਟੀਫਾਇਰ ਦੀ ਜਿਹੜੀ ਕੰਫੀਗਰੇਸ਼ਨ ਹੈ ਜਾਂ ਕਲਾਸੀਫਿਕੇਸ਼ਨ ਆ ਹੁੰਦੀ ਸਾਡੀ ਹਾਫ ਵੇਵ ਕੰਟਰੋਲ ਰੈਕਟੀਫਾਇਰ ਦੈਨ ਸੈਮੀ ਕਨਵਰਟਰ then mid point configuration then bridge configuration ਇਹਦੇ ਬਾਰੇ ਅੱਗੇ ਆਊਗਾ ਉਹਦੇ ਬਾਰੇ ਮੈਂ ਤੁਹਾਨੂੰ ਇਹਨੂੰ ਡਿਸਕਸ ਕਰਾਂਗਾ these are some different configurations than the uncontrolled rectifier and last application ਕੀ ਹੈ ਦੀ uncontrolled rectifier ਜਿਹੜਾ ਆਪਾਂ diode based rectifier ਬਣਾਉਂਦੇ ਸੀ ਸਿਰਫ ਪਾਵਰ ਸਪਲਾਈ ਲਈ ਯੂਜ਼ ਹੁੰਦਾ ਸੀ 5 ਵੋਲਟ ਸਪਲਾਈ ਬਣਾ ਸਕਦੇ ਆ 12 ਵੋਲਟ ਸਪਲਾਈ ਬਣਾ ਸਕਦੇ ਆ 9 ਵੋਲਟ DC ਸਪਲਾਈ ਬਣਾ ਸਕਦੇ that's it ਰੈਕਟੀਫਾਇਰ ਨੂੰ ਹੋਰ ਆਪਾਂ ਕਿਸੇ ਕੰਮ 'ਚ ਨਹੀਂ ਯੂਜ਼ ਕਰਦੇ ਸੀ ਬਟ ਕੰਟਰੋਲ ਰੈਕਟੀਫਾਇਰ ਨੂੰ ਆਪਾਂ DC ਮੋਟਰ ਦੀ ਸਪੀਡ ਕੰਟਰੋਲ ਕਰਨ ਲਈ ਯੂਜ਼ ਕਰ ਸਕਦੇ ਆ ਬੈਟਰੀ ਚਾਰਜਰ ਲਈ ਯੂਜ਼ ਕਰ ਸਕਦੇ ਆ SMPS ਦੇ ਵਿੱਚ ਯੂਜ਼ ਹੁੰਦੇ ਆ UPS ਦੇ ਵਿੱਚ ਯੂਜ਼ ਹੁੰਦੇ ਆ ਠੀਕ ਹੈ ਸੋ ਇਹ ਸਾਰੀਆਂ ਜਿਹੜੀਆਂ ਐਪਲੀਕੇਸ਼ਨਸ ਹੈ that is based on the control rectifier so this is all about comparison ਇਹਦੇ ਵਿੱਚ ਕੋਈ ਪੁਆਇੰਟ ਨਹੀਂ ਸਮਝ ਆਇਆ ਪੁੱਛ ਲਓ ਹਾਂਜੀ ਕਲਾਸ ਸਮਝ ਆਇਆ पॉइंट नंबर 2 सर डायोड हाँ जो आप रेक्टिफायर कंट्रोल बता रहे हैं ना वो बताना कौन सा पॉइंट बोल रहा है 2 नंबर हेलो हाँ जी दूसरा हाँ दूसरे में क्या अभी बताया बेटा कि ਜਦੋਂ ਆਪਾਂ ਡਾਇਓਡ ਯੂਜ਼ ਕਰਦੇ ਸੀ ਨਾ ਤੇ ਡਾਇਓਡ ਦੇ ਵਿੱਚ ਏਦਾਂ ਸਾਡੀ ਪਾਵਰ ਆਂਦੀ ਸੀਗੀ ਰੈਕਟੀਫਾਇਰ ਦੀ ਆਊਟਪੁੱਟ ਪਾਵਰ है ना दैट मींस वो कह रहे कि डायोड टर्न ऑन कब होता है ਇਹਦੇ ਵਿੱਚ D1 ਟਰਨ ਔਨ ਹੋ ਰਿਹਾ ਇਹਦੇ ਵਿੱਚ D2 ਟਰਨ ਹੋ ਰਿਹਾ ਸੀ ਇਹਦੇ ਵਿੱਚ D1 ਹੋ ਰਿਹਾ ਸੀ ਮੰਨ ਲਓ ਮੈਂ ਸੈਂਟਰ ਟੈਪ ਯੂਜ਼ ਕਰ ਰਿਹਾ ਤਾਂ ਇੱਥੇ D1 ਕਦੋਂ ਟਰਨ ਔਨ ਹੋ ਰਿਹਾ 0 ਡਿਗਰੀ ਤੇ ਇੱਥੇ D2 ਕਦੋਂ ਟਰਨ ਔਨ ਹੋ ਰਿਹਾ 180 ਡਿਗਰੀ ਤੇ ਪਾਈ ਤੇ ਇੱਥੇ D1 ਕਦੋਂ ਟਰਨ ਔਨ ਹੋ ਰਿਹਾ 360 ਡਿਗਰੀ ਤੇ
ਇਹ ਡਾਇਓਡ ਦੀ ਕੰਫੀਗਰੇਸ਼ਨ ਚ ਹੁੰਦਾ ਸੀ। SCR ਵਿੱਚ ਆਪਾਂ ਟਰਨ ਔਨ ਕਰਨਾ ਹੋਵੇ ਟਰਨ ਆਫ ਕਰਨਾ ਹੋਵੇ, ਮਤਲਬ ਜਦੋਂ ਵੀ SCR ਨੂੰ ਟਰਨ ਔਨ ਕਰਨਾ ਹੈ ਤਾਂ ਉਹ ਕਿਸੇ ਵੀ ਐਂਗਲ ਤੇ ਹੋ ਸਕਦਾ ਹੈ, that is between 0 to 180 ਡਿਗਰੀ। ਉਹਨੂੰ ਨਾਮ ਦਿੱਤਾ ਅਲਫਾ ਦਾ ਫਾਇਰਿੰਗ ਐਂਗਲ। ਆਪਾਂ ਆਪਣੀ ਮਰਜ਼ੀ ਨਾਲ ਕਿਸੇ ਵੀ ਪੁਆਇੰਟ ਤੇ ਆ ਕੇ ਕਿਸੇ ਵੀ ਐਂਗਲ ਤੇ ਉਹਨੂੰ ਟਰਨ ਔਨ ਕਰ ਸਕਦੇ ਆ, ਬਟ ਉਹਨੂੰ ਨਾਮ ਫਾਇਰਿੰਗ ਐਂਗਲ ਦਿੱਤਾ ਉਹਨਾਂ ਨੇ, ਪਾਰਟਿਕੂਲਰ ਨਹੀਂ ਕੋਈ ਫੇਸ ਦਿੱਤਾ, ਅਲਫਾ ਦਿੱਤਾ ਹੈ ਜਾਂ ਆਪਾਂ 180 ਡਿਗਰੀ ਪਲੱਸ ਅਲਫਾ ਦਿੱਤਾ, ਠੀਕ ਹੈ। ਬਸ ਇਹ ਡਿਫਰੈਂਸ ਹਾਲੇ ਮਾਈਂਡ 'ਚ ਰੱਖੋ ਕਿ ਅਲਫਾ ਦੇ ਉੱਤੇ ਟਰਨ ਔਨ ਹੋਣਾ, ਅਲਫਾ ਕੀ ਹੈ ਫਾਇਰਿੰਗ ਐਂਗਲ, ਕਿੱਦਾਂ ਹੋਣਾ ਉਹ ਤੁਹਾਨੂੰ ਮੈਂ ਅੱਗੇ ਆਉਣ ਵਾਲੇ ਟੌਪਿਕਸ ਵਿੱਚ ਸਮਝਾਉਂਗਾ, ਕੱਲਾ ਕੱਲਾ ਸਮਝਾਉਂਗਾ, ਠੀਕ ਹੈ। ਓਕੇ ਸਰ। ਸਰ ਕੰਟਰੋਲ ਕਿੱਦਾਂ ਹੁੰਦਾ ਜਿੱਦਾਂ ਜਿਹਨੂੰ ਤੁਸੀਂ ਕੰਟਰੋਲ ਕਰ ਦਿੰਦਾ? ਦੂਜਾ ਪੁਆਇੰਟ ਇਜ਼ ਦਾ ਆਨਸਰ। ਇਹ ਜਿਹੜੀ ਵੋਲਟੇਜ ਆ ਰਹੀ ਹੈ ਦੇਖੋ, ਡਾਇਓਡ ਵਾਲੀ ਵੋਲਟੇਜ ਆਉਂਦੀ ਹੈ ਫਿਕਸਡ, ਕਿਉਂ ਹੈ? ਬਿਕੋਜ਼ D1 D2 D1 ਨੇ ਐਂਪਲੀਟਿਊਡ ਉਨਾ ਹੀ ਦੇਣਾ ਜਿੰਨਾ ਸਾਨੂੰ ਲੋਡ ਹੈ, ਜਿੰਨੀ ਸਾਨੂੰ ਫਿਕਸਡ ਪਿੱਛੋਂ ਆ ਰਹੀ ਉਹਦੇ ਅਕੋਰਡਿੰਗਲੀ। ਪਰ ਜਦੋਂ ਮੈਂ ਇਹਨੂੰ ਫਾਇਰਿੰਗ ਐਂਗਲ ਤੇ ਟਰਨ ਔਨ ਕਰਾਂਗਾ, ਮੇਰਾ ਐਂਪਲੀਟਿਊਡ ਐਵਰੇਜ ਐਂਪਲੀਟਿਊਡ ਜਿਹੜੀ ਆਪਾਂ RMS ਵੋਲਟੇਜ ਆ ਉਹ ਘਟ ਜਾਣੀ ਹੈ। RMS ਵੋਲਟੇਜ ਹੁੰਦੀ ਹੈ 0 ਤੋਂ ਲੈ ਕੇ ਪਾਈ ਤੱਕ, ਜਿਸ ਟਾਈਮ ਤੱਕ ਔਨ ਰਹੇਗਾ ਉਹਦੇ ਅਕੋਰਡਿੰਗਲੀ ਵੋਲਟੇਜ ਦਾ ਐਂਪਲੀਟਿਊਡ ਪੂਰਾ ਚੇਂਜ ਹੁੰਦਾ ਹੈ। ਬਟ ਜਦੋਂ ਮੈਂ ਟਰਨ ਔਨ ਹੀ ਉਹਨੂੰ ਹਾਫ ਤੇ ਕਰਾਂਗਾ, ਉਹ ਐਵਰੇਜ ਘਟ ਜਾਣੀ, ਐਵਰੇਜ ਵੋਲਟੇਜ ਘਟ ਜਾਣੀ ਜਾਂ RMS ਵੋਲਟੇਜ ਘਟ ਜਾਣੀ। ਜਦੋਂ ਉਹ ਘਟ ਗਈ ਤਾਂ ਸਾਨੂੰ ਵੋਲਟੇਜ ਹੀ ਘਟ ਮਿਲ ਗਈ, ਮਤਲਬ ਆਪਾਂ ਇਹਨੂੰ ਵਧਾ ਵੀ ਸਕਦੇ ਹਾਂ ਐਂਗਲ ਨੂੰ, ਆਪਾਂ ਘਟਾ ਵੀ ਸਕਦੇ ਹਾਂ। ਤਾਂ ਉਹ ਜਿਹੜਾ ਫਾਇਰਿੰਗ ਐਂਗਲ ਵਧਾਣਾ ਘਟਾਣਾ ਹੈ ਨਾ, ਉਹਦੇ ਕਰਕੇ ਕੰਟਰੋਲਡ ਬਣ ਜਾਂਦਾ, ਵੇਰੀਏਬਲ ਬਣ ਜਾਂਦਾ। ਕਲੀਅਰ? ਹੋਰ ਕੋਈ? ਯੈਸ ਸਰ। ਦੋਨਾਂ 'ਚ ਪਾਵਰ ਡਾਇਡ ਯੂਜ਼ ਹੋਇਆ ਕਿ ਕੱਲਾ ਕੰਟਰੋਲਡ ਦੇ ਵਿੱਚ ਹੀ ਪਾਵਰ? ਓਨਲੀ ਕੰਟਰੋਲਡ ਵਿੱਚ, ਨਾਰਮਲ ਅਨਕੰਟਰੋਲਡ ਵਿੱਚ ਸਿੰਪਲ ਡਾਇਓਡ ਜਿਹੜੇ IN 4007 PN ਜੰਕਸ਼ਨ। ਠੀਕ ਹੈ ਜੀ। ਐਨੀ ਅਦਰ? ਬਾਕੀ ਸਾਰਿਆਂ ਨੂੰ ਸਮਝ ਆ ਗਿਆ ਸਭ? ਸਰ ਜਿੱਦਾਂ Yes, ਤੁਸੀਂ ਕਿਹਾ sir. ਵੀ ਪੇਪਰ ਦੇ ਵਿੱਚ 5 ਕੁਐਸਚਨ ਆਏਗਾ ਹਾਂਜੀ ਤੇ ਸਰ ਇਹਦੇ ਜਿੱਦਾਂ 9 ਪੁਆਇੰਟ ਹੈਗੇ ਤੇ 9 ਦੇ 9 ਹੀ ਲਿਖਣੇ ਆ ਜਾਂ ਵਿੱਚੋਂ ਜਿੱਦਾਂ 6-7 ਲਿਖ ਸਕਦੇ ਆ? ਲਿਖ ਦੋ ਯਾਰ ਜਿੰਨੇ ਯਾਦ ਆਉਂਦੇ ਆ। ਆਪਾਂ 9 ਕਰ ਲਏ ਆ, 9 ਦੇ 9 ਯਾਦ ਆਣਗੇ ਤਾਂ ਬਹੁਤ ਵਧੀਆ, ਜੇ ਕੋਈ ਇੱਕ ਅੱਧਾ ਰਹਿ ਵੀ ਜਾਏਗਾ ਕੋਈ ਚੱਕਰ ਨਹੀਂ ਹੈ, ਮਤਲਬ ਆਪਾਂ ਨੂੰ 5 ਨੰਬਰ ਦਾ ਲੱਗਣਾ ਚਾਹੀਦਾ ਕਿ ਆਨਸਰ ਦਿੱਤਾ। ਫਸਟ ਦਾ ਸਰ 5 ਤੋਂ 6 ਪੁਆਇੰਟ ਹੀ ਹੋਏ, ਫਿਰ ਬਾਕੀ ਜ਼ਿਆਦਾ ਜਿੰਨੇ ਮਰਜ਼ੀ ਲਿਖ ਦਿਓ। ਤੇ ਤੈਨੂੰ 9 ਯਾਦ ਨਹੀਂ ਹੋ ਸਕਦੇ? ਮੈਨੂੰ ਤੇ 9 ਦੀ ਜਗ੍ਹਾ 10 ਵੀ ਹੁਣ ਮੈਂ ਤੇ ਉਹ ਵੀ ਯਾਦ ਕਰ ਹੀ ਲਵਾਂਗਾ। ਬਸ ਫਿਰ ਤੂੰ 9 ਸਮਝ ਕੇ ਚੱਲ ਕਿ 9 ਹੀ ਲਿਖਣੇ ਆ। ਘੱਟ ਵੱਲ ਉਦੋਂ ਜਾਣਾ ਜਦੋਂ ਬਹੁਤ ਡਿਫਿਕਲਟ ਟੌਪਿਕ ਹੋਏਗਾ। ਇਹ ਸਿੰਪਲ ਜਿਹਾ ਟੌਪਿਕ ਹੈ, ਇਹ 'ਚ 9 ਹੈ, 9 ਦੇ 9 ਲਿਖ ਆਣੇ ਆ, ਕੋਈ ਇੰਨਾ ਵੱਡਾ ਗੱਲ ਨਹੀਂ ਹੈ। ਜਿਹੜੇ ਡਿਫਿਕਲਟ ਹੋਣਗੇ ਉਹ ਮੈਂ ਤੁਹਾਨੂੰ ਆਪੇ ਦੱਸ ਦੂੰਗਾ ਕਿ 2-4 ਘਟਾ ਵੀ ਦਿਓ, ਕੋਈ ਚੱਕਰ ਨਹੀਂ। ਉਹ ਤੇ ਕੋਈ ਗੱਲ ਨਹੀਂ, 9 ਦੀ 10 ਵੀ ਹੁਣ ਤੇ ਹੋ ਹੀ ਜਾਣਗੇ, ਏਦਾਂ ਦੀ ਨਹੀਂ ਗੱਲ, ਮੈਂ ਉਦਾਂ ਪੁੱਛਦਾ ਪਿਆ ਸੀ। ਹਾਂ ਜੇ ਇੱਕ ਅੱਧਾ ਨਹੀਂ ਯਾਦ ਆਉਂਦਾ ਐਟ ਟਾਈਮ ਕੋਈ ਚੱਕਰ ਨਹੀਂ ਹੈ, 5 ਚੋਂ 4 ਨੰਬਰ ਮਿਲ ਜਾਣਗੇ, 3.5 ਮਿਲ ਜਾਣਗੇ, ਮਿਲਣਗੇ ਤਾਂ ਸਹੀ ਨਾ। ਸਰ ਆਪਣਾ ਇੱਕ ਛੋਟਾ ਰੈਕਟੀਫਾਇਰ ਤੇ ਇੱਕ ਛੋਟਾ ਵੀ ਆਉਂਦਾ ਨਾ IC ਵਾਂਗੂ? ਹਾਂ ਜਿਹੜਾ ਸਰ ਬ੍ਰਿਜ ਰੈਕਟੀਫਾਇਰ ਆ ਆਪਣਾ, ਉਹ ਡਾਇਓਡ ਦਾ ਹੀ ਬਣਿਆ ਹੁੰਦਾ ਸਰ। ਉਹਦੀ ਕੀ ਪ੍ਰੋਪਰਟੀ ਹੁੰਦੀ ਆ? ਡਾਇਓਡ ਹੁੰਦਾ ਉਹ ਛੋਟਾ ਜਿਹਾ, ਬਹੁਤ ਛੋਟਾ ਹੁੰਦਾ। ਹਾਂ ਗੋਲ ਜਿਹਾ ਹੁੰਦਾ ਹੈ, 4 ਆਪਸ਼ਨ ਹੁੰਦੀਆਂ ਪਲੱਸ ਮਾਈਨਸ ਤੇ ਏਦਾਂ ਬਣਿਆ ਹੁੰਦਾ ਡਾਇਓਡ। ਚੌਰਸ ਵੀ ਆਉਂਦੇ ਸਰ ਹਨਾ, ਉਹ ਆਪਣੇ ਹਾਂਜੀ ਟੀਵੀ ਪਿੱਛੇ ਲੱਗਦੇ ਨਾ, ਟੀਵੀ ਦੇ ਹੁਣ ਉਹੀ ਲਾਉਂਦੇ ਬ੍ਰਿਜ ਰੈਕਟੀਫਾਇਰ ਛੋਟਾ। ਹਾਂ ਹੁਣ ਸਾਰੀ ਜਗ੍ਹਾ ਹੀ ਯੂਜ਼ ਹੁੰਦੇ ਆ ਕਿੱਟਾਂ ਵਿੱਚ, ਡਾਇਓਡ ਕੋਈ ਨਹੀਂ ਯੂਜ਼ ਕਰਦਾ। ਇਹ ਕੀ ਹੈਗਾ, 4 ਡਾਇਓਡ ਦੀ ਪ੍ਰਾਪਰਟੀਜ਼ ਜਿਹੜੀਆਂ PN ਜੰਕਸ਼ਨ ਹੁੰਦੇ ਉਹਨੂੰ ਮੋਲਡ ਕੀਤਾ ਹੁੰਦਾ ਇੱਕੋ ਵਿੱਚ, IC ਦੀ ਫਾਰਮ ਬਣਾਇਆ ਹੁੰਦਾ, ਮਤਲਬ ਇਹਦੇ 'ਚ ਹੀ 4 ਡਾਇਓਡ ਫਿਕਸ ਕੀਤੇ ਹੁੰਦੇ PN ਜੰਕਸ਼ਨ, ਠੀਕ ਹੈ। ਹਾਂਜੀ ਇਹਦੀਆਂ 4 ਲੱਤਾਂ ਹੁੰਦੀਆਂ, ਚਾਰਾਂ 'ਚ ਏਦਾਂ ਬਣਿਆ ਹੁੰਦਾ, ਇੱਕ ਪਾਸੇ ਪਲੱਸ, ਇੱਕ ਪਾਸੇ ਮਾਈਨਸ, ਇੱਕ ਏਦਾਂ, 2 ਏਦਾਂ। ਇੱਥੇ ਆਪਾਂ AC ਸਪਲਾਈ ਦਿੰਨੇ ਆ ਅਲਟਰਨੇਟਿੰਗ ਜਿੱਥੇ ਬਣਿਆ, ਤੇ ਇੱਥੋਂ ਆਪਾਂ DC ਲੈਂਦੇ ਪਲੱਸ ਮਾਈਨਸ। ਹਾਂਜੀ। ਐਨੀ ਅਦਰ? ਰਾਈਟ, ਚਲੋ ਇਹ ਹੋ ਗਿਆ ਸਾਡਾ 5 ਨੰਬਰ ਦਾ ਕੰਪੈਰੀਜ਼ਨ ਆਫ ਅਨਕੰਟਰੋਲਡ ਐਂਡ ਕੰਟਰੋਲਡ ਰੈਕਟੀਫਾਇਰ। ਨੈਕਸਟ ਹੈਗਾ ਸਾਡੀ ਕਲਾਸੀਫਿਕੇਸ਼ਨ। ਹੁਣ ਕਲਾਸੀਫਿਕੇਸ਼ਨ ਮੈਂ ਹੁਣੇ ਦੱਸੀ ਸੀ,
ਸਿੰਗਲ ਫੇਸ ਕੰਟਰੋਲ ਰੈਕਟੀਫਾਇਰ ਪੜਾਂਗੇ ਇਹਦੇ ਵਿੱਚ 3 ਫੇਸ ਵੀ ਹੁੰਦਾ 3 ਫੇਸ ਨੂੰ ਵੀ ਆਪਾਂ ਡਿਸਕਸ ਕਰਾਂਗੇ ਜੇ ਸਿਲੇਬਸ ਹੋਏਗਾ ਬਟ ਫਿਲਹਾਲ ਸਿੰਗਲ ਫੇਸ ਤੋਂ ਸ਼ੁਰੂ ਕਰਾਂਗੇ ਸੋ ਸਿੰਗਲ ਫੇਸ ਕੰਟਰੋਲ ਰੈਕਟੀਫਾਇਰ ਦੋ ਤਰ੍ਹਾਂ ਦਾ ਹੁੰਦਾ one is half wave control rectifier ਇਹਦੀ short form ਹੁੰਦੀ ਹੈ HWCR the other one is full wave control rectifier ਇਹਦੀ short form ਹੁੰਦੀ ਹੈ FWCR ਜਿਹੜਾ full wave control rectifier ਹੈ ਉਹ ਦੋ ਤਰ੍ਹਾਂ ਦਾ ਹੁੰਦਾ one is mid point configuration ਇਹਨੂੰ ਆਪਾਂ center tap configuration ਵੀ ਕਹਿੰਦੇ ਆ ਰਾਈਟ ਦੂਜੀ ਹੁੰਦੀ bridge configuration ਸੋ ਦੋ ਤਰ੍ਹਾਂ ਦਾ ਹੁੰਦਾ full wave control ਇਹ normal diode ਚ ਵੀ ਇਦਾਂ ਹੀ ਹੁੰਦਾ full wave ਨੂੰ ਆਪਾਂ ਦੋ ਤਰੀਕੇ ਨਾਲ ਡਿਫਾਈਨ ਕਰਦੇ ਸੀ center tap ਤੇ bridge ਇਹਦੇ ਚ ਵੀ ਇਦਾਂ ਹੀ ਆ ਬਟ ਇਹਦੇ ਵਿੱਚ bridge configuration ਨੂੰ ਅੱਗੇ ਦੋ ਤਰੀਕੇ ਨਾਲ ਡਿਫਾਈਨ ਕੀਤਾ one is semi converter other one is full converter ਸੋ ਇਹ ਚੀਜ਼ ਨਵੀਂ ਇੰਟਰੋਡਿਊਸ ਹੋਈ ਹੈ ਇਹਦੇ ਵਿੱਚ semi converter ਵੀ ਪੜਾਂਗੇ ਆਪਾਂ ਉਹ bridge configuration ਦਾ ਪਾਰਟ ਹੈ full converter ਵੀ ਪੜਾਂਗੇ ਆਪਾਂ ਉਹ bridge configuration ਦਾ ਪਾਰਟ so these are classifications ਇਹਨੂੰ ਆਪਾਂ ਤੁਸੀਂ ਇਦਾਂ ਬਣਾਉਣਾ ਆ this is single phase control rectifier ਇਹ ਦੋ ਤਰੀਕੇ ਦਾ ਹੁੰਦਾ HWCR ਤੇ FWCR FWCR ਅੱਗੋਂ ਦੋ ਤਰੀਕੇ ਦਾ ਹੁੰਦਾ mid point ਤੇ bridge ਅੱਗੋਂ ਦੋ ਤਰੀਕੇ ਦਾ ਹੁੰਦਾ semi converter ਤੇ full converter ਇਹਨੂੰ ਇਦਾਂ ਬਣਾ ਲੈਣਾ ਠੀਕ ਹੈ ਇੱਕ ਟਰੀ ਬਣਾ ਲੈਣਾ ਓਕੇ ਹਾਂਜੀ ਰਾਈਟ ਸੋ this is enough for today ਅੱਜ ਲਈ ਇੰਨਾ ਬਹੁਤ ਆ ਬਾਕੀ ਆਪਾਂ ਕੱਲਾ ਪੜਾਂਗੇ HWCR ਕੀ ਹੁੰਦਾ full WCR ਦੇ ਵਿੱਚ ਆ ਕੀ ਹੁੰਦਾ bridge ਕੀ ਹੁੰਦਾ semi converter ਕੀ ਹੁੰਦਾ full converter ਕੀ ਹੁੰਦਾ ਕੱਲੇ ਆਪਾਂ ਨਾ ਸਿਲੇਬਸ ਦੇ ਵਿੱਚ ਹੈਗਾ ਆਪਾਂ ਇਹਨੂੰ ਪੜਾਂਗੇ ਠੀਕ ਹੈ ਸੋ ਉਹ ਨੈਕਸਟ ਟਾਈਮ ਕਰਾਂਗੇ ਤੇ ਅੱਜ ਦਾ ਇਨਫ ਆ ਇੱਕ ਤੁਹਾਨੂੰ ਮੈਂ ਨਾ Google Classroom ਚ ਅੱਜ ਤੱਕ ਦੇ ਨੋਟਸ ਪਾ ਦਿੱਤੇ ਆ ਉਹਨੂੰ ਚੈੱਕ ਕਰ ਲੈਣਾ ਤੇ ਇੱਕ ਤੁਹਾਨੂੰ ਮੈਂ ਇੱਕ ਨੋਟਸ ਭੇਜਾਂਗਾ ਉਹਦੇ ਚ ਨਾ 3 ਤਰੀਕੇ ਦੇ ਉਹ ਹੈ ਕੰਪੈਰੀਜ਼ਨ SCR ਦਾ ਟਰੈਕ ਦੇ ਨਾਲ ਡਾਇਕ ਦਾ ਟਰੈਕ ਦੇ ਨਾਲ UJT ਦਾ PUT ਦੇ ਨਾਲ ਉਹ ਥਿਊਰੀ ਹੈ ਇੱਕ ਵਾਰ ਪੜ੍ਹ ਲੈਣਾ ਜੇ ਕੁਝ ਨਹੀਂ ਸਮਝ ਆਇਆ ਉੱਤੇ ਡਿਸਕਸ ਕਰਾਂਗੇ ਠੀਕ ਹੈ ਜੇ ਸਮਝ ਆ ਗਿਆ ਉਹ ਮੈਨੂੰ ਦੱਸ ਦਿਓ ਤੁਸੀਂ ਕੀ ਸਮਝ ਆ ਗਿਆ ਬਹੁਤ ਸੌਖਾ ਆ ਪੜ੍ਹ ਲੈਣਾ ਬਸ ਉਹਨੂੰ ਠੀਕ ਹੈ ਇਨ ਕੇਸ ਜੇ ਪੇਪਰ ਚ ਆ ਜਾਵੇ ਹਾਂਜੀ ਮੈਂ ਅਟੈਂਡੈਂਸ ਲਾ ਦਿੱਤੀ ਅਟੈਂਡੈਂਸ ਲਾਉਣ ਲੱਗਾ ਯਾਰ ਤੇਰਾ ਸਰ ਦੀ ਕਲਾਸ ਹੀ ਆ ਗਈ ਚਲੋ ਮੈਂ ਲਾਣਾ ਅਟੈਂਡੈਂਸ 2 ਮਿੰਟ ਉੱਪਰ ਕੈਮ ਔਨ ਕਰ ਲਓ ਸਾਰੇ roll number 1 नहीं बोलोगे एब्सेंट हो जाओगे roll number 4 yes sir roll number 8 yes sir 10 present sir 11 प्रेजेंट सर 15 नहीं है 21 present sir 23 present sir 31 present sir 27 yes sir 34 हरनेक तू आ पुठे काम ना कर मैं एब्सेंट ला देनी तेरी ਸਰ ਉਹਨਾਂ ਕਹਿੰਦੇ ਕੱਟ ਆਫ ਹੋ ਗਿਆ ਘਰ तू मोमबत्ती लैके इधर डराना सारिਆਂ ਨੂੰ ਉਦਾਂ ਹੀ ਸ਼ਕਲ ਬੜੀ ਤੇਰੀ ਹੈ ਇਸ ਕੰਮ ਲਈ 34 ओनम ਹਨੇਰਾ ਹੋ ਗਿਆ ਜੀ ओनम present sir राइट चलो ऑल द बेस्ट फॉर टुडे सर मेरी रह गई अजय तू पहला नहीं बोलिया सर नेट में लीव हो गई चल लाती है कोई। सर 308 दी लगाती नहीं जी ठीक है जी लगाती ऑल द बेस्ट बच्चे ठीक है सर ओके सर Thank you.